ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਨੂੰ ਜੀ ਆਇਆਂ। ਦੋਸਤੋ, ਜਿਹੜੇ ਕੇਂਦਰ ਸਰਕਾਰ ਨੇ ਆਰਡੀਨੈਂਸ ਪਾਸ ਕੀਤੇ ਸੀ, ਜੋ ਹੁਣ ਬਿੱਲ ਬਣ ਗਏ ਨੇ ਰਾਸ਼ਟਰਪਤੀ ਸਾਈਨਾਂ ਤੋਂ ਬਾਅਦ, ਉਦੋਂ ਲੈ ਕੇ ਕਿਸਾਨ ਜਥੇਬੰਦੀਆਂ ਸੰਘਰਸ਼ਾਂ ਦੇ ਰਾਹ ਤੇ ਨੇ। ਰੇਲਵੇ ਲਾਈਨਾਂ ਤੇ ਬੈਠੀਆਂ ਨੇ। 31 ਜਥੇਬੰਦੀਆਂ ਦੀ ਕਾਲ ਸੀ, 31 ਜਥੇਬੰਦੀਆਂ ਦੀ ਕਾਲ ਤੇ ਧਰਨਾ ਦਿੱਤਾ ਗਿਆ। ਉੱਥੇ ਹੀ ਇਹਨਾਂ ਧਰਨੇ ਦੇ ਵਿੱਚ ਕਲਾਕਾਰਾਂ ਦੀ ਸ਼ਮੂਲੀਅਤ ਬਰਕਰਾਰ ਹੈ। ਅੱਜ ਵੀ ਸ਼ੰਭੂ ਰੇਲਵੇ ਸਟੇਸ਼ਨ ਤੇ ਕਲਾਕਾਰ ਪਹੁੰਚੇ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਲੀ ਦੇ ਤਵਾਲੀ ਜੀ ਨਾਲ। ਤੁਸੀਂ ਕਿਵੇਂ ਦੇਖਦੇ ਹੋ ਕਲਾਕਾਰਾਂ ਦੀ ਸ਼ਮੂਲੀਅਤ ਨੂੰ, ਤੇ ਜੋ ਕੇਂਦਰ ਸਰਕਾਰ ਨੇ 3 ਕਾਨੂੰਨ ਬਣਾਏ ਨੇ ਪੰਜਾਬ ਨੂੰ ਹਰਿਆਣਾ ਨੂੰ ਲੈ ਕੇ, ਖੇਤੀ ਸੰਬੰਧੀ ਲੈ ਕੇ? ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਜੀ। ਵੀ ਅੱਜ ਵੀ ਜਿਹੜਾ ਇਕੱਠ ਹੋਇਆ ਕਿਸਾਨਾਂ ਦਾ, ਇਹਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਾਡੇ ਵੱਡੇ ਵੀਰ ਸਿੰਧੀਲਾ ਜੀ, ਸੁਖੀ ਜੀ, ਆਤਮਾ ਜੀ। ਅਸੀਂ ਐਜ਼ ਏ ਕੋਈ ਕਲਾਕਾਰ ਨਹੀਂ ਇੱਥੇ ਆਏ, ਐਜ਼ ਏ ਪਿਆਰ ਦੇ ਨਾਲ ਆਏ ਹਾਂ। ਕਿਸਾਨ ਜਥੇਬੰਦੀਆਂ ਦੀ ਮਦਦ ਲਈ ਅਸੀਂ ਉਹਨਾਂ ਦੇ ਸਾਥੀ ਹਾਂ, ਉਹਨਾਂ ਦੇ ਪਿਆਰ, ਉਹਨਾਂ ਦੇ ਪਰਿਵਾਰ ਦੇ ਜੀ ਹਾਂ। ਕੱਲ੍ਹ ਇਹਨੂੰ ਵੇਖਦੇ ਬਾਈ, ਜਿਹੜੇ ਕਾਲੇ ਕਾਨੂੰਨ ਨੇ ਇਹ ਵਾਪਸ ਲੈਣੇ ਚਾਹੀਦੇ ਸਰਕਾਰ ਨੂੰ। ਹੁਣ ਤਾਂ ਕਈ ਵਾਰੀ ਪਤਾ ਨਹੀਂ ਸੀ ਲੱਗਦਾ ਹੁੰਦਾ, ਐਜੀਟੇਸ਼ਨਾਂ ਦਾ, ਇਹ ਹੜਤਾਲਾਂ ਦਾ ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਬੱਚੇ ਤੋਂ ਲਾ ਕੇ 90 ਸਾਲ ਦੇ 100 ਸਾਲ ਦੇ ਬਜ਼ੁਰਗ ਤੱਕ ਸਾਡੀਆਂ ਮਾਤਾਵਾਂ ਦੇਖੋ, ਇਹ ਛੋਟੀ ਛੋਟੀ ਗੁੱਡੀਆਂ ਆਈਆਂ, ਇਹਨਾਂ ਨੂੰ ਵੀ ਪਤਾ ਲੱਗ ਪਈ ਜਿਹੜੇ ਕਾਲੇ ਕਾਨੂੰਨ ਨੇ। ਕਾਲੇ ਕਾਨੂੰਨਾਂ ਦੇ ਵਿੱਚ ਤੁਸੀਂ ਵੇਖ ਲਓ, ਜਿਹੜੇ ਇਹਨਾਂ ਨੇ ਆਰਡੀਨੈਂਸ ਪਾਸ ਕੀਤੇ ਆ, ਉਹਦੇ ਵਿੱਚ ਸਾਡੀ ਧਰਤੀ ਮਾਂ ਵੀ ਆ। ਕਹਿੰਦੇ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਵੀ ਜੇ ਸਾਡੀ ਧਰਤੀ ਖੋਈ ਗਈ। ਤੁਸੀਂ ਵੇਖ ਲਓ, ਕਈ ਵਾਰੀ ਹੁੰਦਾ ਸੀ ਨਾ, ਸੁੱਕੀ ਭਾਜੀ, ਸਿੰਧੀਲਾ ਭਾਜੀ, ਆਤਮਾ ਜੀ, 20-25 ਦੁਕਾਨਾਂ ਹੁੰਦੀਆਂ ਸੀ। ਉੱਥੇ ਇੱਕ ਕੇਤਲੀ ਵਾਲੇ ਨੇ ਭਾਜੀ ਚਾਹ ਲੈ ਜਾਣੀ ਪਾ ਕੇ, ਉਹਨੂੰ ਪਤਾ ਹੁੰਦਾ ਸੀ ਉਦੋਂ ਚਾਹ ਪੀਣੀ ਹੈ ਇਹਨਾਂ ਨੇ, ਉਹਦਾ ਚਾਹ ਨਾਲ ਉਹਨਾਂ ਨਾਲ ਗੁਜ਼ਾਰਾ ਹੋ ਜਾਂਦਾ 25 ਦਾ। ਹੁਣ ਤੁਸੀਂ ਵੇਖ ਲਓ, ਜਿੱਥੇ 25 ਦੁਕਾਨਾਂ ਸੀ, 30 ਉੱਥੇ ਹੁਣ 5-5 4-4 ਦੁਕਾਨਾਂ ਰਹਿ ਗਈਆਂ। ਉਹ ਚਾਹ ਵਾਲੇ ਦੇ ਵੀ ਕੰਮ ਬੰਦ, ਦੁਕਾਨਾਂ ਵਾਲੇ ਦੇ ਵੀ ਕੰਮ। ਉੱਥੇ ਕੀ ਹੋ ਗਿਆ, ਇੱਕ ਵੱਡਾ ਸਾਰਾ ਮੌਲ ਬਣ ਗਿਆ। ਮੌਲ ਦੇ ਵਿੱਚ ਅਮੀਰ ਬੰਦਾ ਜਾਊ, ਅਮੀਰ ਬੰਦਿਆਂ ਦੇ ਉਹ ਹੈ। ਗੱਲ ਇਹ ਵੀ ਇਹ ਜਿਹੜੇ ਕਾਲੇ ਕਾਨੂੰਨੀ ਆਰਡੀਨੈਂਸ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਆ। ਅਸੀਂ ਕਲਾਕਾਰ ਲੋਕ ਇਸ ਕਰਕੇ ਸ਼ਾਮਲ ਹੋਏ ਹਾਂ ਵੀ ਸਾਡੇ ਪਰਿਵਾਰ ਆ, ਸਾਡਾ ਜਿਹੜਾ ਰੁਜ਼ਗਾਰ ਆ ਜ਼ਿਮੀਂਦਾਰੀ ਤੇ ਸਾਡੇ ਜ਼ਮੀਨ ਤੇ ਪੈਂਦਾ, ਸਾਡਾ ਇਕੱਲਿਆਂ ਦਾ ਨਹੀਂ। ਸਾਡੀ ਜਿੰਨੀ ਵੀ ਦੁਕਾਨਦਾਰ ਵੀ, ਆੜ੍ਹਤੀਆ ਵੀ, ਸੀਰੀ ਵੀ, ਸਾਡਾ ਮਜ਼ਦੂਰ ਵੀ, ਇਹ ਜ਼ਿਮੀਂਦਾਰ 'ਤੇ ਡਿਪੈਂਡ ਕਰਦਾ। ਸਾਡਾ 75-80% ਸਾਡਾ ਪਿੰਡਾਂ ਦਾ ਨਹੀਂ, ਸ਼ਹਿਰਾਂ ਤੱਕ ਵੀ ਸਾਡਾ ਕਾਰੋਬਾਰ ਇਸੇ ਗੱਲ 'ਤੇ ਨਿਰਭਰ ਕਰਦਾ। ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰੂੰਗਾ ਵੀ ਅੱਜ ਕਿਸਾਨਾਂ 'ਤੇ ਜਿਹੜੀ ਦੁੱਖ ਦੀ ਘੜੀ ਆ, ਇਹ ਸਾਡੇ 'ਤੇ ਘੜੀ ਆ ਕਿ ਅਸੀਂ ਆਪਾਂ ਇਕੱਠੇ ਹੋ ਕੇ ਨਜਿੱਠੀਏ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਈਏ। ਆਖਰ ਕਾਰਨ ਕੀ ਨੇ ਕਿ ਸਰਕਾਰ ਕੰਪਨੀਆਂ ਦੇ ਅੱਗੇ ਮੈਂ ਗੋਡੇ ਟੇਕ ਕੇ ਦੇਸ਼ ਕੰਪਨੀਆਂ ਨੂੰ ਕਿਉਂ ਦੇਣਾ ਚਾਹੁੰਦੀ ਹੈ? ਇਹ ਗੱਲ ਹੈ ਬਈ, ਜਿਹੜੇ ਕਹਿੰਦੇ ਵੀ ਤਕੜੇ ਵੱਲ ਸਾਰੇ ਹੋ ਜਾਂਦੇ, ਕਈ ਵਾਰੀ ਉਹ ਅਮੀਰ ਘਰਾਣੇ ਆ ਭਾਜੀ, ਉਹਨਾਂ ਨੇ ਕਿਤੇ ਵੋਟਾਂ 'ਚ ਜਾਂ ਕਿਤੇ ਹੋਰ ਇਹਨਾਂ ਦੀ ਮਦਦ ਕੀਤੀ ਹੁੰਦੀ ਆ। ਜਿਹੜੇ ਆਪਣੇ ਲੋਕ ਆ, ਅਸੀਂ ਇੰਡੀਪੈਂਡੈਂਟ ਰਹਿਣ ਵਾਲੇ, ਅਸੀਂ ਮਜ਼ਦੂਰੀ ਕਰਕੇ ਖਾਣ ਵਾਲੇ ਆ ਰੋਟੀ, ਤੇ ਅਸੀਂ ਲੋਕਾਂ ਨੇ ਆਪਣੀ ਕਮਾਈ ਕਰਕੇ ਖਾਣੀਆਂ ਆਪ। ਸਾਡੀ 6 ਮਹੀਨੇ ਫਸਲ ਹੋਣੀ ਆ, ਅਸੀਂ 6 ਮਹੀਨੇ ਬਾਅਦ ਪੈਸਾ ਦੇਖਣਾ ਹੁੰਦਾ। ਅਸੀਂ ਕਲਾਕਾਰ ਲੋਕ ਹਾਂ। ਸਾਡਾ ਸੀਜ਼ਨ ਵੀ ਜਦੋਂ ਕਿਤੇ ਨਾ, ਸਾਡੇ ਸਿੰਧੀਲਾ ਸਾਹਿਬ ਕਹਿੰਦੇ ਹੁੰਦੇ ਆ ਵੀ ਜਦੋਂ ਕਿਤੇ ਫਸਲਵਾੜੀ ਚੰਗੀ ਹੋ ਜਾਵੇ ਨਾ, ਸਾਨੂੰ ਇਹਦੇ ਨਾਲ ਹੌਸਲਾ ਹੋ ਜਾਂਦਾ ਵੀ ਸਾਡੇ ਕੋਲ ਪਰੋਂ ਵੀ ਚੰਗੇ ਲੱਗਣਗੇ। ਅਸੀਂ ਇੱਕ ਦੂਜੇ 'ਤੇ ਡਿਪੈਂਡ ਹਾਂ। ਅਸੀਂ ਕਲਾਕਾਰ ਲੋਕ ਪਰਿਵਾਰ ਵਾਂਗੂ ਆ। ਅੱਜ ਇਹਨਾਂ ਦੇ ਛੋਟੇ ਬੱਚੇ ਬਣ ਕੇ, ਭਰਾ ਬਣ ਕੇ, ਕਈਆਂ ਦੇ ਛੋਟੇ ਛੋਟੇ ਬੱਚੇ ਆ, ਉਹਨਾਂ ਦੇ ਡੈਡੀ ਵਰਗੇ ਵੀ ਆ। ਗੱਲ ਇਹ ਵੀ ਅਸੀਂ ਇਕੱਠੇ ਹੋ ਕੇ ਆਪਾਂ ਹੰਭਲਾ ਮਾਰਨਾ ਸਾਰਿਆਂ ਨੇ, ਤੇ ਇਹ ਤੇ ਜਿੱਤ ਪ੍ਰਾਪਤ ਕਰਨੀ ਆ। ਅਸੀਂ ਪੰਜਾਬ ਮਿਸ਼ਨ ਲਾ ਲਓ ਵੀ, ਜਿਹੜਾ ਪੰਜਾਬ ਮਿਸ਼ਨ ਚੱਲਿਆ ਹੋਇਆ, ਸਾਡੇ ਜ਼ਿਮੀਂਦਾਰ ਭਰਾ, ਸਾਡੇ ਸਾਰੇ ਲੋਕ ਗਾਡਰਾਂ 'ਤੇ ਬੈਠਦੇ ਆ। ਤੁਸੀਂ ਵੇਖ ਲਓ, ਲਾਈਨਾਂ 'ਤੇ ਬਹਿੰਦੇ ਆ। ਇਹ ਕਿਤੇ ਇਹ ਮੌਕਾ ਜਿਹੜਾ ਆਇਆ ਵਾ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ। ਇਹ ਆਰਡੀਨੈਂਸ ਵਾਪਸ ਕਰਵਾਉਣੇ ਚਾਹੀਦੇ ਆ। ਸਾਡੇ ਨਾਲ ਪੰਜਾਬੀ ਸਿੰਗਰ ਸਿੰਧੀਲਾ ਜੀ ਵੀ ਨੇ। ਤੁਸੀਂ ਸਰਕਾਰਾਂ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹਨਾਂ ਲੋਕਾਂ ਨੇ ਹੀ, ਇਹਨਾਂ ਕਿਸਾਨਾਂ ਮਜ਼ਦੂਰਾਂ ਨੇ ਹੀ ਆਪਣੀ ਵੋਟਾਂ ਰਾਹੀਂ ਸਰਕਾਰ ਚੁਣੀ ਹੈ, ਚਾਹੇ ਸੂਬਿਆਂ ਦੀ ਸਰਕਾਰ ਹੋਣ, ਸਟੇਟ ਦੀਆਂ ਸਰਕਾਰਾਂ ਹੋਣ, ਚਾਹੇ ਇਹ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਹੋਣ। ਉਹ ਸਰਕਾਰਾਂ ਧਰੋ ਕਿਉਂ ਕਮਾਉਣ ਲੱਗ ਪਈਆਂ ਆਪਣੇ ਵੋਟਰਾਂ, ਆਪਣੇ ਨਾਗਰਿਕਾਂ, ਆਪਣੇ ਆਮ ਲੋਕਾਂ ਦੇ ਨਾਲ? ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਣਾ। ਅੱਜ ਅਸੀਂ, ਮੈਂ ਪਾਲੀ ਜੀ ਸਾਹਿਬ, ਆਤਮਾ ਬੁੱਢੇ ਵਾਲੇ ਸੁਖਵਿੰਦਰ ਸੁੱਖੀ ਜੀ, ਅਸੀਂ ਲੁਧਿਆਣੇ ਤੋਂ ਸਪੈਸ਼ਲੀ ਆਏ ਹਾਂ। ਅਸੀਂ ਇਕੱਲੇ ਨਹੀਂ ਆਏ, ਜਿੱਥੇ ਜਿੱਥੇ ਵੀ ਇਹ ਕਿਸਾਨ ਮੋਰਚੇ ਲੱਗੇ ਹੋਇਆ, ਪੰਜਾਬ ਦਾ ਹਰ ਕਲਾਕਾਰ ਪਹੁੰਚ ਰਿਹਾ। ਕੱਲ੍ਹ ਮੈਂ ਇਸ ਕਰਕੇ ਸੁਖਵਿੰਦਰ ਸੁੱਖੀ ਜੀ ਨੂੰ ਸਾਡੇ ਲੁਧਿਆਣੇ 'ਚ ਵਧਾਈ ਦਾ ਪਾਤਰ ਸਮਝਦਾ, ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਔਰਗੇਨਾਈਜ਼ ਕਰਦੇ ਆ। ਕਿਉਂਕਿ ਬਕਾਇਦਾ ਸਾਨੂੰ ਕੱਲ੍ਹ ਫਾਜ਼ਿਲਕਾ ਜਾ ਕੇ ਆਇਆ, ਉਸ ਤੋਂ ਪਹਿਲਾਂ ਲੋਡੋਵਾਲ ਜਾ ਕੇ ਆਇਆ, ਫਿਰ ਹੋਰ ਜਗ੍ਹਾ ਜਾ ਕੇ ਆਇਆ। ਅੱਜ ਸਵੇਰ ਦੇ ਉੱਠ ਕੇ ਇਹਨਾਂ ਸਾਰਿਆਂ ਨੂੰ ਲੈ ਕੇ ਇੱਥੇ ਆਏ ਨੇ। ਮੈਂ ਇਸ ਕਰਕੇ ਆਪਣੇ ਛੋਟੇ ਸੁੱਖੀ ਵੀਰ ਦਾ, ਸੁਖਵਿੰਦਰ ਸੁੱਖੀ ਜੀ ਦਾ ਸ਼ੁਕਰਗੁਜ਼ਾਰ ਆ। ਜਿਹੜਾ ਤੁਸੀਂ ਸਵਾਲ ਕੀਤਾ ਵੀ ਸਰਕਾਰਾਂ ਕੀ ਸਮਝਦੀਆਂ, ਜਿਹੜੀਆਂ ਸਰਕਾਰਾਂ ਨੇ ਇਹ ਸਿਰਫ ਲੋਕਾਂ ਦਾ ਭਲੇ ਦਾ ਡਰਾਮਾ ਕਰਦੀਆਂ ਨੇ। ਇਹਨਾਂ ਨੂੰ ਅਸਲੀ ਇੰਟਰਸਟ ਇਹਨਾਂ ਰਾਜ ਭਾਗ ਕਾਇਮ ਕਰਨਾ ਵਾ। ਹੁਣ ਵੀ ਜਿਹੜੇ ਤਰਲੋ ਮੱਛੀ ਹੋਏ ਫਿਰਦੇ ਆ, ਇਹ ਸਿਰਫ 22 ਦੀਆਂ ਇਲੈਕਸ਼ਨਾਂ ਵਾਸਤੇ
ਲੋਕਾਂ ਨੂੰ ਦਿਖਾ ਰਹੇ ਵੀ ਅਸੀਂ ਲੋਕਾਂ ਦੇ ਹਮਾਇਤੀ ਹਾਂ। ਅਗਰ ਜੇ ਹਮਾਇਤੀ ਸੀ ਤੇ ਜਿਵੇਂ ਇਹ ਕਿਸਾਨ ਮੋਰਚਾ ਲੱਗਿਆ, ਕਿਸਾਨਾਂ ਦਾ ਇੱਕ ਝੰਡਾ, ਜਿਵੇਂ ਕਲਾਕਾਰ ਪੰਜਾਬ ਦੇ ਜਿੰਨੇ ਵੀ ਕਲਾਕਾਰ ਆ ਉਹ ਕਿਸਾਨਾਂ ਦੇ ਝੰਡੇ ਥੱਲੇ ਆਏ ਹੋਏ ਨੇ। ਉਹਨਾਂ ਦਾ ਆਪਦਾ ਕੋਈ ਝੰਡਾ ਨਹੀਂ, ਆਪਦਾ ਕੋਈ ਏਜੰਡਾ ਨਹੀਂਗਾ, ਆਪਦੀ ਕੋਈ ਲੀਡਰਸ਼ਿਪ ਨਹੀਂ ਗੀ, ਆਪਦਾ ਕੋਈ ਪ੍ਰੋਗਰਾਮ ਨਹੀਂਗਾ। ਸਿਰਫ ਤੇ ਸਿਰਫ ਅਸੀਂ ਸਪੋਰਟ ਵਾਸਤੇ ਆਏ ਹਾਂ। ਉਹ ਆਪਾਂ ਆਪਣਾ ਢੰਡੋਰਾ ਨਾ ਪਿੱਟਦੇ, ਸਿਰਫ ਇਹਨਾਂ ਦੇ ਨਾਲ ਕੇ ਬਹਿੰਦੇ, ਇਹਨਾਂ ਦੀ ਲੀਡਰਸ਼ਿਪ ਨੂੰ ਐਕਸੈਪਟ ਕਰਦੇ, ਜੋ ਇਹ ਕਹਿੰਦੇ ਉਹ ਕਰਦੇ। ਪਰ ਉਹਨਾਂ ਨੇ ਨਹੀਂ ਕੀਤਾ, ਉਹ ਸਿਰਫ ਡਰਾਮੇ ਆ। ਇਸ ਕਰਕੇ ਜੋ ਪੰਜਾਬ ਦਾ ਅਸਲ ਹਤੈਸ਼ੀ ਆ, ਜਿਹਨੂੰ ਪੰਜਾਬ ਦਾ ਅਸਲੀ ਦੁੱਖ ਆ, ਉਹ ਕਿਸਾਨਾਂ ਦੇ ਨਾਲ ਆ। ਕਿਉਂਕਿ ਇਹ ਜਿਹੜਾ ਧੱਕਾ ਹੋ ਰਿਹਾ ਇਕੱਲਾ ਕਿਸਾਨਾਂ ਨਾਲ ਨਹੀਂ ਹੋ ਰਿਹਾ, ਹਰ ਪੰਜਾਬੀਅਤ ਨਾਲ ਹੋ ਰਿਹਾ। ਜੋ ਪੰਜਾਬ ਦੇ ਰਹਿਣ ਵਾਲਾ, ਜੋ ਮਜ਼ਦੂਰ ਆ, ਜੋ ਮਿਹਨਤਕਸ਼ ਲੋਕ ਆ, ਜੋ ਆਪਣੀ ਰੋਟੀ ਰੋਜੀ ਕਮਾ ਕੇ ਖਾਂਦਾ, ਉਹਦਾ ਹਰ ਇਨਸਾਨ ਨਾਲ ਇਹ ਧੱਕਾ ਹੋ ਰਿਹਾ। ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਵੀ ਜਿਹੜੇ ਨਹੀਂ ਵੀ ਆਏ ਉਹ ਕਿਸਾਨ ਮੋਰਚੇ ਦੇ ਨਾਲ ਆਉਣ, ਇਹ ਦੁੱਖ ਦੀ ਘੜੀ ਸਪੋਰਟ ਕਰਨ। ਕਿਉਂਕਿ ਜੇ ਅੱਜ ਨਾ ਰੁਕੇ ਤੇ ਇਹ ਲੋਕ ਕਦੀ ਵੀ ਨਹੀਂ ਰੁਕਣੇ। ਐਡੀ ਵੱਡੀ ਮੂਵਮੈਂਟ ਦੁਨੀਆ 'ਚ ਕਦੀ ਇਕੱਠੀ ਨਹੀਂ ਹੋਈ। ਜਦੋਂ ਜਿਹੜੀਆਂ ਮੂਵਮੈਂਟਾਂ ਤਿਆਰ ਹੁੰਦੀਆਂ ਲੋਕ ਕਰਦੇ ਨੇ ਤੇ ਮੂਵਮੈਂਟਾਂ ਦਬਾਉਂਦੀਆਂ ਸਰਕਾਰਾਂ ਨੇ। ਇਸ ਕਰਕੇ ਲੋਕ ਉੱਠੇ ਹੋਏ ਨੇ, ਹੁਣ ਲੋਕ ਉੱਠੇ ਰਹਿਣ ਤੇ ਇਸ ਕਰਕੇ ਜਿੰਨੇ ਵੀ ਇਸ ਮੂਵਮੈਂਟ 'ਚ ਆਏ ਆ ਉਹ ਵਧਾਈ ਦੇ ਪਾਤਰ ਆ। ਪਰਮਾਤਮਾ ਉਹਨਾਂ ਦੇ ਵੱਲ ਹੋਊਗਾ, ਇਹ ਫਤਿਹ ਹਾਸਲ ਕਰਨਗੇ। ਜੇਕਰ ਕਾਨੂੰਨ ਸਰਕਾਰਾਂ ਇਹ ਵਾਪਸ ਨਹੀਂ ਕਰਦੀਆਂ ਨੇ ਤਾਂ ਫਿਰ ਤੁਹਾਡੇ ਮੁਤਾਬਕ ਅੱਗੇ ਕੀ ਹੋਣਾ ਚਾਹੀਦਾ? ਦੇਖੋ, ਸੰਘਰਸ਼ ਦਾ ਹਰ ਇੱਕ ਹੁੰਦਾ। ਜਿਹੜਾ ਹੁਣ ਇਹ ਰਾਹ ਤੁਰ ਪਿਆ, ਇਹ ਨਾ ਤਾਂ ਮਿੰਨਤ ਨਾਲ ਠੀਕ ਹੋਣਾ ਵਾ, ਨਾ ਕਿਸੇ ਹੋਰ ਤਰੀਕੇ ਨਾਲ ਹੋਣਾ। ਉਹ ਇਹਨਾਂ ਨੂੰ ਸਮਝਾਉਣ ਦੇ ਤਰੀਕੇ, ਉਹ ਜਦੋਂ ਕਈ ਵਾਰੀ ਹੁੰਦਾ ਵੀ ਜਦੋਂ ਤੁਸੀਂ ਨਹੀਂ ਬਲਦਾ, ਨਹੀਂ ਲੋਟ ਆਉਂਦੇ, ਫਿਰ ਉਹ ਕਈ ਤਰੀਕੇ ਵਰਤਦੇ ਆ। ਉਹ ਹੁਣ ਤਰੀਕੇ ਵਰਤੀ ਜਾ ਰਹੇ ਨੇ। ਪਰ ਸਾਨੂੰ ਇਸ ਦੀ ਖੁਸ਼ੀ ਆ ਵੀ ਜਿਹੜੀ ਕਿਸਾਨ ਦੀ ਲੀਡਰਸ਼ਿਪ ਆ ਉਹਨਾਂ ਨੂੰ ਸਮਝ ਰਹੀ ਆ। ਜਿਹੜੇ ਐਸੇ ਬੰਦੇ ਆ ਰਹੇ ਉਹਨਾਂ ਨੂੰ ਇਗਨੋਰ ਕਰ ਰਹੇ ਨੇ ਜਾਂ ਉਹਨਾਂ ਨੂੰ ਸ਼ੈਂਟ ਆਊਟ ਕਰ ਰਹੇ ਨੇ। ਇਸ ਕਰਕੇ ਜਦੋਂ ਐਸੀ ਮੂਵਮੈਂਟ ਆ ਜੇ ਉਦੋਂ ਬੜੀ ਸਿਆਣਪ ਦੀ ਗੱਲ ਹੁੰਦੀ ਆ। ਜਿੱਥੇ ਉਹ ਜੋਸ਼ ਆ ਉੱਥੇ ਹੋਸ਼ ਦੀ ਬਹੁਤ ਜ਼ਰੂਰਤ ਆ। ਪਰ ਮੈਨੂੰ ਲੱਗਦਾ ਵੀ ਜਿਹੜੀ ਲੀਡਰਸ਼ਿਪ ਆ ਉਹ ਹੋਸ਼ ਦੇ ਵਿੱਚ ਆ, ਤਾਂ ਹੀ ਲੰਬਾ ਸੰਘਰਸ਼ ਜਾ ਰਿਹਾ। ਸੰਘਰਸ਼ ਚੱਲਦੇ ਹੁੰਦੇ ਨੇ, ਬੜੀਆਂ ਲੰਬੀਆਂ ਲੜਾਈਆਂ ਲੜੀਆਂ ਜਾਂਦੀਆਂ, ਆਖਰਕਾਰ ਸੱਚ ਦੀ ਜਿੱਤ ਹੁੰਦੀ ਆ। ਨਾਲੇ ਇਹ ਤਾਂ ਰੋਟੀ ਰੋਜੀ ਦੀ ਜਿੱਤ ਆ। ਇਹ ਤਾਂ ਕੋਈ ਆਪਦੇ ਹੱਕਾਂ ਦੀ, ਜਦੋਂ ਤੁਹਾਡੇ ਕੋਲ ਮੈਂ ਬਟੂਏ ਨੂੰ ਹੱਥ ਪਾ ਲੂੰ, ਤੁਹਾਡੀ ਮੈਂ ਜਾਇਦਾਦ ਨੂੰ ਹੱਥ ਪਾ, ਤੁਹਾਡੀ ਥਾਲੀ 'ਚ ਰੋਟੀ ਪੈ ਲੂੰ ਤੇ ਤੁਸੀਂ ਮਰਨ ਤੱਕ ਜਾਓਗੇ। ਇਸ ਕਰਕੇ ਜੀਵਨ ਮਰਨ ਦੀ ਲੜਾਈ ਆ। ਇਹ ਜ਼ਰੂਰ ਹੱਕ ਜਿਨ੍ਹਾਂ ਦਾ ਲੋਕ ਉਹ ਜਿੱਤਣਗੇ। ਸਾਡੇ ਨਾਲ ਪੰਜਾਬੀ ਸਿੰਗਰ ਆਤਮਾ ਸਿੰਘ ਵੀ ਨੇ। ਤੁਸੀਂ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ, ਕਿਉਂਕਿ ਕਾਨੂੰਨ ਪਾਸ ਕਰਨ ਤੋਂ ਲੈ ਗਏ ਨੇ ਸੰਘਰਸ਼ਾਂ ਤੱਕ? ਗੱਲ ਇਸ ਤਰ੍ਹਾਂ, ਸਭ ਤੋਂ ਪਹਿਲਾਂ ਚੈਨਲ ਪੰਜਾਬੀ ਦਾ ਧੰਨਵਾਦ। ਸਾਡੇ ਨਾਲ ਮੇਰਾ ਵੀਰ ਸੁਖਵਿੰਦਰ ਸੁੱਖੀ, ਜਸਵੰਤ ਸੰਦੀਲਾ ਜੀ, ਪਾਲੀ ਦੇਤਲੀ ਸਾਹਿਬ, ਸਾਰੇ ਪਹੁੰਚਿਆ ਕਲਾਕਾਰ। ਅਸੀਂ ਕਹਿਣ ਦਾ ਮਤਲਬ, ਸਾਰਿਆਂ ਦਾ ਨਾਂ ਲੈਣ ਦਾ ਮਤਲਬ ਇਹ ਵੀ ਸਾਰੇ ਕਲਾਕਾਰ ਇਕੱਠੇ ਹਾਂ। ਅਸੀਂ ਕੋਈ ਘਰੇ ਬਹਿ ਕੇ ਪੋਸਟ ਪਾਉਂਦਾ, ਕੋਈ ਉਸ ਤਰ੍ਹਾਂ ਮਤਲਬ ਹੋਰ ਹੈਲਪ ਕਰਦਾ, ਸਹਿਯੋਗ ਦਿੰਦਾ, ਉਹਨਾਂ ਸਾਰਿਆਂ ਦਾ ਧੰਨਵਾਦ ਆ ਕਲਾਕਾਰਾਂ ਦਾ ਵੀ। ਸੋ ਜਿਹੜਾ ਇਹ ਕਾਲੇ ਕਾਨੂੰਨ ਮੰਨ ਲਓ ਪੰਜਾਬ 'ਤੇ ਲਾਗੂ ਹੋਏ ਨੇ, ਕਿਉਂਕਿ ਏਕੇ ਮੂਹਰੇ ਹਰੇਕ ਨੂੰ ਝੁਕਣਾ ਪੈਂਦਾ। ਤੁਸੀਂ ਕਹਿੰਦੇ ਵੀ ਇਸ ਤੋਂ ਬਾਅਦ ਜੇ ਨਾ ਮੰਨ ਲਓ ਇਹ ਵਾਪਸ ਹੋਏ ਤਾਂ ਕੀ ਹੋਊਗਾ? ਮੈਨੂੰ ਲੱਗਦਾ ਜਿਹੜਾ ਇਹ ਰਸਤਾ ਚੁਣਿਆ ਗਿਆ, ਇਹਦਾ ਜਿਹੜਾ ਮੋਰਲਾ ਬਹੁਤ ਜਲਦੀ ਸਾਡੇ ਪੰਜਾਬ ਦੇ ਮੂਹਰੇ ਆਉਣ ਵਾਲਾ। ਕਿਉਂਕਿ ਏਕੇ ਦੇ ਨਾਲ ਹੀ ਹਮੇਸ਼ਾ ਜਿੱਤਾਂ ਪ੍ਰਾਪਤ ਹੁੰਦੀਆਂ ਨੇ। ਉਹ ਏਕੇ ਦੇ ਰਾਹ 'ਤੇ ਕਿ ਇੱਥੇ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਦੀ ਲੜਾਈ ਆ, ਇਹ ਸਿਰਫ ਸਾਰੇ ਪੰਜਾਬ ਦੀ ਕਿਸਾਨੀ ਦੀ, ਮਜ਼ਦੂਰਾਂ ਦੀ ਲੜਾਈ ਆ। ਇਹ ਅਸੀਂ ਜਿੱਤ ਕੇ ਹਟਾਂਗੇ। ਕਾਰਨ ਕੀ ਨੇ? ਸਰਕਾਰਾਂ ਨੇ ਪੰਜਾਬ ਦੀ ਇਕਨੋਮੀ ਤੇ ਖੇਤੀ ਦੀ ਇਕਨੋਮੀ ਤੇ ਐਡਾ ਵੱਡਾ ਹਮਲਾ ਕਿਉਂ ਕੀਤਾ? ਤੁਸੀਂ ਕਿਵੇਂ ਸਮਝਦੇ ਹੋ ਉਹਨੂੰ? ਗੱਲ ਇਸ ਤਰ੍ਹਾਂ ਵੀ ਜਿਹੜੀ ਪੰਜਾਬ ਦੀ ਧਰਤੀ ਆ, ਇਹ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ। ਧਰਤੀ ਹੋਰ ਵੀ ਬਹੁਤ ਆ, ਪਰ ਇੱਥੇ ਜਨਮ ਲੈਣ ਦਾ ਕਾਰਨ ਕਿਸੇ ਧਰਤੀ ਵਿੱਚ ਕੋਈ ਨਾ ਕੋਈ ਤੱਤ ਇਹੋ ਜਿਹਾ ਜਿਹਦੇ ਵਿੱਚ ਬੜੀ ਅਣਖ ਹੈ, ਬੜੀ ਦਲੇਰੀ ਆ, ਬੜੀ ਸੂਰਮਗਤੀ ਆ, ਬੜੀ ਵੀਰਤਾ। ਇਸ ਕਰਕੇ ਮਤਲਬ ਸੈਂਟਰ ਸਰਕਾਰ ਦੇ ਵਿੱਚ ਇੱਕ ਬਹੁਤ ਵੱਡਾ ਮੰਨ ਲਓ ਉਹਨਾਂ ਨੇ ਇਹ ਜਿਹੜਾ ਉਦਮ ਚੱਕਿਆ, ਉਹਨੂੰ ਪਤਾ ਵੀ ਜੇਕਰ ਅਸੀਂ ਪੰਜਾਬ ਨੂੰ ਦਬਾ ਲਿਆ, ਸਮਝ ਅਸੀਂ ਦੁਨੀਆ ਨੂੰ ਦਬਾ ਲਿਆ। ਇਹ ਪੰਜਾਬ ਨਾ ਕਦੇ ਦਬਿਆ ਤੇ ਨਾ ਇਹਨੇ ਕਦੇ ਦਬਣਾ, ਆਪਣੇ ਹੱਕ ਲੈ ਕੇ ਹਟੂਗਾ। ਪਹਿਲਾਂ ਅਲੱਗ-ਅਲੱਗ ਸਟੇਟਾਂ ਦੇ ਇਹ ਰੂਲ ਪਾਸ ਕੀਤੇ ਗਏ ਤੇ ਹੁਣ ਬਾਅਦ ਦੇ ਵਿੱਚ ਪੰਜਾਬ ਤੇ, ਇਸੇ ਲਈ ਕਿ ਕਿਉਂਕਿ ਪੰਜਾਬ ਜੇਕਰ ਸੰਘਰਸ਼ ਸ਼ੁਰੂ ਕਰਦਾ ਤਾਂ ਦੂਜੀ ਸਟੇਟਾਂ ਨੇ ਸਾਥ ਦੇਣਾ ਸੀ। ਹੁਣ ਇਸੇ ਲਈ ਪੰਜਾਬ ਨੂੰ ਸਭ ਤੋਂ ਬਾਅਦ ਚੁਣਿਆ ਗਿਆ। ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਾਂ ਕਿ ਪੰਜਾਬ ਦੇ ਵਿੱਚ ਸੂਰਮਗਤੀ ਆ, ਦਲੇਰੀ ਆ, ਬਹਾਦਰੀ। ਸਭ ਤੋਂ ਵੱਡੇ ਫਿਲਾਸਫਰ ਇੱਥੇ ਬੈਠੇ ਨੇ, ਵੱਡੇ ਵੱਡੇ ਵਿਦਵਾਨ ਬੈਠੇ ਆ, ਵੱਡੇ ਵੱਡੇ ਸਾਹਿਤਕਾਰ, ਬੁੱਧੀਜੀਵੀ ਬਹੁਤ ਲੋਕ ਨੇ ਇੱਥੇ। ਕਿਉਂਕਿ ਜਿਹੜੀ ਪਹਿਲੀ ਰਾਜਨੀਤੀ ਸੀ, ਪਹਿਲੀ ਰਾਜਨੀਤੀ ਇਹ ਹੁੰਦੀ ਸੀ ਕੋਈ ਬੰਦਾ ਆਗੂ ਨੇ ਜੋ ਕਹਿਤਾ ਸਾਰੇ ਮਗਰੋਂ ਦੇ ਨਾਅਰਾ ਬੁਲੰਦ ਕਰਦੇ ਸੀ। ਪਰ ਅੱਜ ਦੇ ਸਮੇਂ ਵਿੱਚ ਮੈਨੂੰ ਇਹ ਲੱਗਦਾ ਵੀ ਰਾਜਨੀਤੀ ਚੇਂਜ ਹੋ ਗਈ। ਘਰ ਘਰ ਦੇ ਵਿੱਚ ਰਾਜਨੀਤੀ ਆ, ਬੰਦੇ ਨਿਊਜ਼ਪੇਪਰ ਪੜ੍ਹਦੇ ਆ, ਖਬਰਾਂ ਸੁਣਦੇ ਆ। ਸੋ ਉਹਨਾਂ ਦਾ ਕਹਿਣ ਦਾ ਮਤਲਬ ਕਿ ਹਰ ਇੱਕ ਬੰਦੇ ਜਾਗਰਤ ਹੈ। ਜੇਕਰ ਬੰਦਾ ਕਿਸੇ ਤੇ ਸ਼ੱਕ ਪੈਂਦੀ ਹੈ ਵੀ ਇਹ ਬੰਦਾ ਕੱਲ੍ਹ ਨੂੰ ਕਿਤੇ ਤਿਲਕ ਨਾ ਜਾਵੇ, ਮੈਨੂੰ ਲੱਗਦਾ ਤਿਲਕਣ ਦੀ ਗੁੰਜਾਇਸ਼ ਹੀ ਹੈ ਨਹੀਂ ਗੀ। ਇਸ ਕਰਕੇ ਸਾਰੇ ਨਾਲ ਨੇ ਤੇ ਅਸੀਂ ਜੰਗ ਜਿੱਤ ਕੇ ਹਟਾਂਗੇ।
ਸਾਡੇ ਨਾਲ ਪੰਜਾਬੀ ਸਿੰਗਰ ਮਸ਼ਹੂਰ ਸਿੰਗਰ ਸੁਖਵਿੰਦਰ ਸਿੰਘ ਸੁੱਖੀ ਵੀ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਗਲੋਬਲ ਪੰਜਾਬ ਚੈਨਲ ਪੰਜਾਬੀ ਤੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਜਿਹੜਾ ਸਾਡਾ ਪੰਜਾਬ ਆ ਉਹ ਖੇਤੀ ਪ੍ਰਧਾਨ ਸੂਬਾ ਹੈ। ਜਦੋਂ ਕਿਸੇ ਖੇਤੀ ਨੂੰ ਖਤਮ ਕਰਨਾ ਹੋਵੇ ਤਾਂ ਦੋ ਚੀਜ਼ਾਂ ਨੂੰ ਖਤਮ ਕਰ ਦੋ ਤਾਂ ਉਹ ਸਮਾਜ ਜਾਂ ਉਹ ਕੌਮ ਉਹ ਖਤਮ ਹੋ ਜਾਂਦੀ ਹੈ। ਇੱਕ ਉਹਦਾ ਧੰਦਾ ਜਿਹੜਾ ਕਾਰੋਬਾਰ ਹੈ ਜਾਂ ਬਿਜ਼ਨਸ ਹੈ, ਉਹਦੀ ਰੋਜੀ ਰੋਟੀ ਖਤਮ ਕਰ ਦੋ, ਤੇ ਜਾਂ ਫਿਰ ਜਿਹੜਾ ਉੱਥੇ ਸੱਭਿਆਚਾਰ ਆ ਜਿਹਦੀ ਬੋਲੀ ਆ ਉਹ ਖਤਮ ਕਰ ਦਿਓ। ਪਹਿਲਾਂ ਦੇਖੋ, ਇਹਨਾਂ ਨੇ ਬਾਹਰਲੀਆਂ ਸਟੇਟਾਂ ਦੇ ਵਿੱਚੋਂ, ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੋਂ ਸਾਡੀ ਪੰਜਾਬੀ ਮਾਂ ਬੋਲੀਆਂ ਦੇ ਵਿੱਚੋਂ ਮਿਹਨਤ ਕੀਤੀ ਵੀ ਪੰਜਾਬੀ ਬੋਲੀ ਲੋਕਾਂ ਤੱਕ ਪਹੁੰਚੇ ਨਾ। ਉਸ ਤੋਂ ਬਾਅਦ ਸਾਡੇ ਪੰਜਾਬ ਦੇ ਨਸ਼ਿਆਂ ਦਾ ਹੜ੍ਹ ਵਹਿ ਗਿਆ ਕਿ ਵੀ ਜਵਾਨੀ ਨੂੰ ਵਿਗਾੜ ਦਿਓ, ਜਵਾਨੀ ਬਰਬਾਦ ਕਰ ਦਿਓ। ਪਹਿਲਾਂ ਇਹਨਾਂ ਜਵਾਨੀ ਸਾਡੀ ਬਰਬਾਦ ਕੀਤੀ। ਜਵਾਨੀ ਤੋਂ ਬਾਅਦ ਜਿਹੜੀ ਸਾਡੀ ਦੂਜੀ ਪਹਿਚਾਣ ਹੈ, ਕਿਉਂਕਿ ਸਾਡਾ ਨਾਰਾ ਜੈ ਜਵਾਨ ਜੈ ਕਿਸਾਨ, ਪਹਿਲਾਂ ਜਵਾਨੀ ਬਰਬਾਦ ਕੀਤੀ ਤੇ ਉਸ ਤੋਂ ਬਾਅਦ ਸਾਡੀ ਕਿਸਾਨੀ ਦੇ ਵੱਲ ਨੂੰ ਇਹ ਆ ਗਏ। ਤੇ ਜੇ ਜਿਹੜਾ ਸਾਡਾ ਪੰਜਾਬ ਦਾ ਮੁੱਖ ਆਰਥਿਕ ਜਿਹੜਾ ਧੁਰ ਹੈ ਉਹ ਖੇਤੀਬਾੜੀ ਹੈ। ਹਰ ਜਿਹੜਾ ਧੰਦਾ ਸਾਡੀ ਖੇਤੀਬਾੜੀ ਨਾਲ ਜੁੜਿਆ ਹੋਇਆ, ਹਰ ਵਰਗ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ। ਉਹਨੂੰ ਇਹ ਲੱਗਾ ਜੇ ਅਸੀਂ ਜਿਹੜਾ ਕਿਸਾਨ ਹੈ ਤੇ ਜਿਹੜਾ ਉਹਨੂੰ ਦਬਾ ਲਈਏ, ਇਸੇ ਜਿਹੜੇ ਦੀ ਆਰਥਿਕਤਾ ਦਾ ਧੁਰ ਹੈ ਉਹਨੂੰ ਖਤਮ ਕਰ ਦਈਏ ਤਾਂ ਸਮਝੋ ਪੰਜਾਬ 80% ਖਤਮ ਹੋ ਜਾਊਗਾ। ਉਹਨਾਂ ਦੀ ਮੇਨ, ਕਿਉਂਕਿ ਇਹ ਲੋਕ ਹੁੰਦੇ ਨੇ, ਇਹ ਸ਼ਰਾਰਤੀ ਦਿਮਾਗ ਦੇ ਹੁੰਦੇ ਨੇ। ਇਹਨਾਂ ਨੂੰ ਇਹ ਪਤਾ ਵੀ ਪੰਜਾਬ ਨੂੰ ਅਸੀਂ ਜ਼ੋਰ ਨਾਲ ਨਹੀਂ ਮਾਰ ਸਕਦੇ, ਅਸੀਂ ਲੜ ਕੇ ਨਹੀਂ ਮਾਰ ਸਕਦੇ। ਜਿਹੜਾ ਬੰਦਾ ਤੁਹਾਡੇ ਸਾਹਮਣੇ ਵਾਰ ਕਰਕੇ ਨਹੀਂ ਮਾਰਦਾ, ਪਿੱਠ ਪਿੱਛੇ ਵਾਰ ਕਰਦਾ। ਇਹ ਪਿੱਠ ਪਿੱਛੇ ਵਾਰ ਆ ਪੰਜਾਬ ਦੇ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਸੰਘਰਸ਼ ਹੋ ਰਹੇ ਨੇ ਕਿ ਸਰਕਾਰਾਂ ਵਾਪਸ ਕਰ ਲੈਣਗੀਆਂ ਇਹਨਾਂ ਕਾਨੂੰਨਾਂ ਨੂੰ? ਦੇਖੋ, ਇੱਥੇ ਵੱਡੇ ਵੱਡੇ ਜਾਬਰਾਂ ਨੂੰ ਝੁਕਣਾ ਪਿਆ। ਇੱਥੇ ਅੰਗਰੇਜ਼ ਐਡੀ ਵੱਡੀ ਸਲਤਨਤ ਸੀਗੀ ਸਾਰੇ ਦੁਨੀਆ ਤੇ, ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਤੇ ਉਦੋਂ ਜਦੋਂ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਸੀ, ਸੋਚ ਸਕਦਾ ਸੀ ਵੀ ਇੱਥੋਂ ਅੰਗਰੇਜ਼ ਚਲੇ ਜਾਣਗੇ? ਤੇ ਜਿਹੜੇ ਇੰਨੇ ਦਿਨਾਂ ਕੋਲ ਸਾਡੇ ਕੋਲ ਤਾਂ ਇਹ ਬਦਦਿਮਾਗ ਲੋਕ ਨੇ, ਜਿਹੜੇ ਸਾਡੇ ਪੋਲੀਟੀਕਲ ਲੋਕ ਸਾਨੂੰ ਅਗਵਾਈ ਦੇ ਰਹੇ ਨੇ, ਇਹਨਾਂ ਕੋਲ ਦਿਮਾਗ ਹੈ ਨਹੀਂ। ਉਹ ਤਾਂ ਅੰਗਰੇਜ਼ਾਂ ਕੋਲ ਕਿੱਡੇ ਦਿਮਾਗ ਸੀ, ਕਿੱਡੇ ਫਿਲਾਸਫਰ ਸੀ, ਵਿਦਵਾਨ ਸੀ। ਤੇ ਇੱਕਦਮ ਅੰਗਰੇਜ਼ਾਂ ਨੂੰ ਵੀ ਇੱਕ ਟਾਈਮ ਤੇ ਆ ਕੇ ਸਾਡੇ ਦੇਸ਼ ਨੂੰ ਯਾਦ ਕਰਕੇ ਵਾਪਸ ਜਾਣਾ ਪਿਆ। ਤੇ ਇਹ ਤਾਂ ਕੁਝ ਵੀ ਨਹੀਂ, ਕਿਉਂਕਿ ਅਸੀਂ ਇਹਦੇ ਚੱਲਾਂ ਤਾਂ ਸਮਝਦੇ ਹਾਂ। ਦੂਸਰੀ ਗੱਲ, ਅੱਗੇ ਅਨਪੜ੍ਹਤਾ ਕਹਿ ਲਈਏ ਜਾਂ ਇੰਨੀ ਅਵੇਅਰਨੈਸ ਨਹੀਂ ਸੀ, ਜਾਂ ਚੈਨਲ ਨਹੀਂ ਸੀ, ਸੋਸ਼ਲ ਮੀਡੀਆ ਨਹੀਂ ਸੀ, ਅਖਬਾਰ ਨਹੀਂ ਸੀ। ਹੁਣ ਤਾਂ ਹਰ ਇੱਕ ਦੇ ਹੱਥ ਦੇ ਵਿੱਚ ਅਖਬਾਰ ਆ, ਹਰ ਇੱਕ ਦੇ ਹੱਥ ਦੇ ਵਿੱਚ TV ਆ। ਹੁਣ ਅਸੀਂ ਸਾਰੀਆਂ ਗੱਲਾਂ ਸਮਝਦੇ ਹਾਂ, ਤੇ ਜਿਹੜੀ ਚੀਜ਼ ਕੋਈ ਗਲਤ ਆ ਉਹ ਵੀ ਸਾਡੇ ਅੱਗੇ ਆ ਜਾਂਦੀ ਆ, ਜਿਹੜੀ ਠੀਕ ਆ ਉਹ ਵੀ ਅੱਗੇ ਆ ਜਾਂਦੀ ਆ। ਇਸ ਕਰਕੇ ਹੁਣ ਦੂਸਰੀ ਗੱਲ, ਅੱਗੇ ਇਕੱਲੇ ਸਾਡੇ ਬਜ਼ੁਰਗ ਹੁੰਦੇ ਸੀ, ਸਾਡੇ ਨੌਜਵਾਨ ਆਪਣੀ ਪੜ੍ਹਦੇ ਸੀ ਜਾਂ ਨੌਕਰੀ ਕਰਦੇ ਸੀ, ਉਹ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਸੀ ਦਿੰਦੇ। ਕਿਉਂ ਅੱਜ ਜ਼ਰੂਰਤ ਹੈ ਕਿ ਸਾਡਾ ਨੌਜਵਾਨ ਬੇਰੁਜ਼ਗਾਰ ਹੈ, ਉਹਦੇ ਕੋਲੇ ਕਰਨ ਨੂੰ ਕੋਈ ਕੰਮ ਨਹੀਂ। ਉਹ ਸੋਚਦਾ ਜੇ ਸਾਡੇ ਹਾਲਾਤ ਮਾੜੇ ਹੋਏ ਨੇ, ਉਹਦੀਆਂ ਸਾਡੇ ਲਈ ਸਰਕਾਰਾਂ ਉਸ ਬੇਰੁਜ਼ਗਾਰੀ ਲਈ ਸਾਡੀ ਆਰਥਿਕਤਾ ਨੂੰ ਢਾਲ ਲਾਉਣੇ ਸਰਕਾਰਾਂ ਜ਼ਿੰਮੇਵਾਰ ਨੇ। ਤੇ ਅੱਜ ਜਿੱਥੇ ਬਜ਼ੁਰਗ ਨਾਲ ਨੇ, ਉੱਥੇ ਸਾਡੇ ਨੌਜਵਾਨ ਵੀ ਨਾਲ ਨੇ। ਇਹ ਨੌਜਵਾਨਾਂ ਦੀ ਹੀ ਦੇਣ ਆ ਕਿ ਅੱਜ ਜਿਹੜਾ ਅੰਦੋਲਨ ਆ ਇਹ ਇੱਥੇ ਤੱਕ ਪਹੁੰਚਿਆ ਵੀ ਬਾਰ-ਬਾਰ ਸੈਂਟਰ ਤੋਂ ਸੱਦੇ ਆ ਰਹੇ ਨੇ। ਪਹਿਲਾਂ 8 ਤਰੀਕ ਨੂੰ ਆਇਆ, ਅੱਜ 14 ਤਰੀਕ ਨੂੰ ਫੇਰ ਦੁਬਾਰਾ ਟਾਈਮ ਦਿੱਤਾ ਵੀ ਸਾਡੇ ਨਾਲ ਆ ਕੇ ਗੱਲ ਕਰੋ। ਜੇ ਉਹਨਾਂ ਨੂੰ ਲੱਗਦਾ ਵੀ ਹਾਂ ਇਹ ਸੰਘਰਸ਼ ਤੇਜ਼ ਆ ਜਾਂ ਇਹ ਦਬਣਾ ਨਹੀਂ, ਤਾਂ ਹੀ ਸੱਦੇ ਆਉਂਦੇ ਨੇ। ਨਹੀਂ ਤਾਂ ਕਹਿੰਦੇ ਜੀ ਮੋਦੀ ਹੈ ਤਾਂ ਮੁਮਕਿਨ ਹੈ, ਹਰ ਮੋਦੀ, ਘਰ ਮੋਦੀ। ਹੁਣ ਮੋਦੀ ਹਾਰੂਗਾ, ਫਿਰ ਕਹਿੰਦੇ ਹਾਰ ਮੋਦੀ। ਤੁਸੀਂ ਲਗਾਤਾਰ ਧਰਨੇ ਦੇ ਵਿੱਚ ਜਾ ਰਹੇ ਹੋ, ਕਿੱਥੇ ਤੁਸੀਂ ਜਾ ਰਹੇ ਹੋ? ਤੇ ਪਹਿਲਾਂ ਅਸੀਂ ਲੁਧਿਆਣੇ ਜਿਹੜੇ ਸਾਡੇ ਟੋਲ ਪਲਾਜ਼ਾ ਲਾਡੋਵਾਲ ਉੱਥੇ ਕਾਦੀਆਂ ਗਰੁੱਪ ਆ, ਹੋਰ ਜਿੰਨੇ ਵੀ ਸਾਡੇ ਇਕੱਠ ਹੁੰਦੇ ਨੇ, ਅਸੀਂ ਉਹਨਾਂ 'ਚ ਸਿੰਧੀਲਾ ਭਾਜੀ, ਸਾਡੇ ਆਤਮਾ ਜੀ, ਪਾਲੀ ਦੇਤ ਵਾਲੀ ਆ ਜੀ, ਹੋਰ ਸਾਡੇ ਕਲਾਕਾਰ ਜਿਹਨੇ ਪੰਜਾਬ ਕਲਾਕਾਰ ਮੰਚ ਨਾਲ ਸੰਬੰਧਿਤ ਨੇ, ਅਸੀਂ ਸਾਰਿਆਂ ਨੇ 3-4 ਵਾਰੀ ਉੱਥੇ ਜਾ ਕੇ ਹਾਜ਼ਰੀ ਲਵਾਈ ਹੈ। ਕੱਲ੍ਹ ਅਸੀਂ ਫਾਜ਼ਿਲਕਾ ਜਾ ਕੇ ਆਏ ਹਾਂ, ਤੇ ਪਰਸੋਂ ਅਸੀਂ ਫੇਰ ਟੋਲ ਪਲਾਜ਼ੇ 'ਤੇ ਸੀ ਜਦੋਂ 2 ਘੰਟੇ ਦਾ ਬੰਦ ਸੀ, ਤੇ ਅੱਜ ਅਸੀਂ ਇੱਥੇ ਆਏ ਹਾਂ। ਤੇ ਦੂਸਰੀ ਗੱਲ, ਅਸੀਂ ਹਰ ਜਗ੍ਹਾ ਕਹਿ ਕੇ ਵੀ ਆਏ ਹਾਂ ਵੀ ਸਾਡਾ ਇੱਕ ਵਾਰੀ ਆਉਣ ਤੱਕ ਸੀਮਤ ਨਹੀਂ। ਚਲੋ ਇਨ ਫਿਊਚਰ ਵੀ ਜਦੋਂ ਤੁਹਾਨੂੰ ਲੱਗਿਆ ਵੀ ਸਾਡੀ ਲੋੜ ਹੈ, ਸਾਨੂੰ ਆਵਾਜ਼ ਮਾਰਿਓ, ਅਸੀਂ ਤੇ ਹਾਜ਼ਰ ਹੋਵਾਂਗੇ। ਕਿਉਂਕਿ ਸਾਡਾ ਜਿਹੜਾ ਕਲਾਕਾਰਾਂ ਦਾ ਕੰਮ ਆ, ਇਹ ਤਾਂ ਟੋਟਲੀ ਕਿਸਾਨੀ ਤੇ ਡਿਪੈਂਡ ਹੈ। ਤੇ ਜਦੋਂ ਅਸੀਂ ਅਸੀਂ ਰੂਰਲ ਪਿੰਡਾਂ ਦੇ ਵਿੱਚ ਗਾਉਣ ਵਾਲੇ ਲੋਕ ਹਾਂ, ਸਾਡੇ ਜਿਹੜੇ ਵੱਧ ਪ੍ਰੋਗਰਾਮ ਹੁੰਦੇ ਨੇ ਉਹ ਰੂਰਲ ਏਰੀਆ ਦੇ ਵਿੱਚ ਹੁੰਦੇ ਨੇ, ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਹੁੰਦੇ ਨੇ, ਪਰਿਵਾਰਾਂ ਦੇ ਵਿੱਚ ਹੁੰਦੇ ਨੇ। ਜੇ ਸਾਡਾ ਕਿਸਾਨ ਮਰ ਗਿਆ ਤਾਂ ਉਸ ਤੋਂ ਪਹਿਲਾਂ ਕਰੋਨੇ ਨੇ ਸਾਨੂੰ ਮਾਰਿਆ ਪਿਆ। ਜੇ ਸਾਡਾ ਕਿਸਾਨ ਹੀ ਮਾਰਤਾ, ਸਾਡੇ ਤਾਂ ਡਬਲ ਮਾਰ ਪੈ ਜੂਗੀ, ਪਹਿਲੀ ਮਾਰ ਪਈ ਹੈ। ਇਹਨਾਂ ਚੀਜ਼ਾਂ ਦਾ ਹੱਲ ਕੀ ਹੈ? ਜੇਕਰ ਸਰਕਾਰਾਂ ਇਹ ਜੋ 3 ਕਾਨੂੰਨ ਇਹਨਾਂ ਨੂੰ ਵਾਪਸ ਵੀ ਕਰ ਲੈਂਦੀਆਂ, ਇਸ ਤੋਂ ਪਹਿਲਾਂ ਵੀ ਖੇਤੀ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਨੇ, ਖੇਤੀ ਘਾਟੇ ਦਾ ਸੌਦਾ ਇੱਕ, ਫਿਰ ਹੱਲ ਕੀ ਹੈ ਖੇਤੀ ਦਾ? ਤੁਸੀਂ ਆਪਣੇ ਤਜਰਬੇ ਅਨੁਸਾਰ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਜਿੱਥੇ ਕਿ ਮੈਂ ਪੜ੍ਹਿਆ, ਜੋ ਮੈਂ ਸਵਾਮੀਨਾਥਨ ਦੀ ਰਿਪੋਰਟ ਹੈ ਜਾਂ ਸਰ ਛੋਟੂਰਾਮ ਇੱਕ ਐਕਟ ਆਇਆ ਸੀਗਾ, ਜਿਹੜੇ ਸਾਡੇ ਕਿਸਾਨਾਂ ਦੇ ਕਰਜ਼ੇ ਨੇ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਨੇ। ਸਰ ਛੋਟੂਰਾਮ ਐਕਟ ਸੀਗਾ ਵੀ ਜੇ ਤੁਸੀਂ ਕਿਸੇ ਤੋਂ ਜਿਹੜਾ ਆਪਾਂ ਕਰਜ਼ਾ ਲਿਆ, ਜੇ ਤੁਸੀਂ ਜਿੰਨਾ ਤੁਸੀਂ ਕਰਜ਼ਾ ਲਿਆ, ਜੇ ਉਹਨਾਂ ਤੁਸੀਂ ਵਿਆਜ ਦੇ ਰੂਪ ਵਿੱਚ ਮੋੜਤਾ, ਤੁਹਾਨੂੰ ਮੂਲ ਦੇਣ ਦੀ ਲੋੜ ਨਹੀਂ ਹੈ। ਉਹ ਸਰਕਾਰ ਨੇ ਕਾਨੂੰਨ ਤਾਂ ਨਹੀਂ, ਉਹ ਵੀ ਨਹੀਂ ਲਾਗੂ ਹੋਇਆ। ਉਸ ਤੋਂ ਬਾਅਦ ਸਵਾਮੀਨਾਥਨ ਦੀ ਰਿਪੋਰਟ ਸੀ ਵੀ ਜਿਹੜੀਆਂ ਤੁਹਾਡੀਆਂ ਫਸਲਾਂ ਦੀ ਸਾਡੀ ਉਪਜ ਹੈ, ਉਹਦਾ ਜਿਹੜਾ ਰੇਟ ਆ ਉਹ 1.5 ਗੁਣਾ ਚਾਹੀਦਾ। ਜੇ ਕਿਸੇ ਚੀਜ਼ ਤੇ 1000 ਰੁਪਈਆ ਉਹ ਤੇ ਖਰਚਾ ਆਉਂਦਾ ਤਾਂ ਉਹਦਾ 1500 ਰੁਪਈਆ ਰੇਟ ਚਾਹੀਦਾ। ਜੇ ਇਹ ਕਾਨੂੰਨ ਵਾਪਸ ਹੋਣ, ਕਿਸਾਨਾਂ ਦੇ ਹੱਕ ਦੇ ਵਿੱਚ ਅਮੈਂਡਮੈਂਟ ਹੋਵੇ, ਤੇ ਉਸ ਤੋਂ ਬਾਅਦ ਜਿਹੜੀਆਂ ਸਵਾਮੀਨਾਥਨ ਦੀ ਰਿਪੋਰਟ ਆ ਉਹ ਹੂਬਹੂ ਲਾਗੂ ਹੋਵੇ, ਤੇ ਜਿਹੜੇ ਸਾਡੇ ਕਿਸਾਨਾਂ ਦੇ ਕਰਜ਼ੇ ਨੇ ਉਹ ਸਰ ਛੋਟੂਰਾਮ ਐਕਟ ਦੇ ਹਿਸਾਬ ਨਾਲ ਉਹ ਮਾਫ ਹੋਣ, ਤੇ ਆਪੇ ਸਾਡੀ ਕਿਸਾਨ ਖੁਸ਼ਹਾਲ ਹੋ ਜਾਊਗਾ। ਜਦੋਂ ਕੋਈ ਵੀ ਧੰਦਾ ਪ੍ਰੋਫਿਟੇਬਲ ਹੋ ਜਾਊਗਾ ਤਾਂ ਉਹ ਧੰਦਾ ਕਰਨ ਵਾਲੇ ਲੋਕ ਆਪੇ ਖੁਸ਼ਹਾਲ ਹੋ ਜਾਣਗੇ, ਆਪੇ ਖੁਦਕਸ਼ੀਆਂ ਖਤਮ ਹੋ ਜਾਣਗੀਆਂ।
ਤੁਸੀਂ ਸਵਾਮੀਨਾਥਨ ਰਿਪੋਰਟ ਦਾ ਜ਼ਿਕਰ ਕੀਤਾ। ਸਰਕਾਰਾਂ ਵਾਅਦੇ ਕਰਦੀਆਂ ਨੇ। 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੱਤਾ ਦੇ ਵਿੱਚ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਲਾਗੂ ਕਰਾਂਗੇ, ਚੋਣਾਂ ਵੇਲੇ ਕਿਹਾ ਸੀ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਹਵਾਲਾ ਦੇਤਾ ਕਿ ਅਸੀਂ ਲਾਗੂ ਨਹੀਂ ਕਰ ਸਕਦੇ। ਇਹਦੇ ਨਾਲ ਆਰਥਿਕ ਪ੍ਰਭਾਵ ਬੜੇ ਇਫੈਕਟ ਬੜੇ ਪੈਣੇ ਨੇ ਹਿੰਦੁਸਤਾਨ ਦੀ ਇਕਨੋਮੀ ਤੇ। ਸਰਕਾਰਾਂ ਵਾਅਦੇ ਕਰਦੀਆਂ ਨੇ ਪਰ ਮੁੱਕਰ ਜਾਂਦੀਆਂ ਨੇ। ਨਹੀਂ ਫਿਰ ਇਹ ਤਾਂ ਸਾਨੂੰ ਅਵੇਅਰ ਹੋਣਾ ਪਊਗਾ ਨਾ। ਮੈਂ ਕਿਸੇ ਨਾਲ ਕੋਈ ਵਾਅਦਾ ਕਰਕੇ ਆਉਣਾ, ਮੈਂ ਦੁਬਾਰਾ ਉਸ ਬੰਦੇ ਕੋਲ ਜਾਣਾ, ਉਹ ਉਸ ਬੰਦੇ ਦਾ ਫਰਜ਼ ਬਣਦਾ ਨਾ ਮੈਨੂੰ ਪੁੱਛੇ ਤੈਨੂੰ ਹਾਲ ਕਹੇ ਕਿ ਅਸੀਂ ਤੂੰ ਪੂਰੀ ਨਹੀਂ ਕੀਤੀ। ਇਹ ਹੁਣ ਜਦੋਂ ਇਹ ਕੋਈ ਕੁੰਭ ਦਾ ਮੇਲਾ ਤਾਂ ਹੈ ਨਹੀਂ ਜਿਹੜਾ 12 ਸਾਲਾਂ ਬਾਅਦ 5 ਸਾਲਾਂ ਬਾਅਦ ਚੋਣ ਆ ਜਾਂਦੀ ਹੈ, ਚਾਹੇ ਐਮਐਲਏ ਤੇ ਚਾਹੇ ਐਮਪੀ ਦੀ ਆ। ਜਦੋਂ ਲੋਕ ਇੱਕ ਵਾਰੀ ਵਾਅਦਾ ਕਰਕੇ ਮੁੱਕਰ ਜਾਂਦੇ ਨੇ, ਜਦੋਂ ਵਾਪਸ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ, ਇਹ ਤਾਂ ਅਸੀਂ ਉਹਨਾਂ ਦੇ ਗਲੇ ਨੂੰ ਹੱਥ ਪਾਈਏ ਨਾ ਵੀ ਤੂੰ ਆਹ ਗੱਲ ਕਹਿ ਕੇ ਕੀਤੀ ਨਹੀਂ, ਤੈਨੂੰ ਤੇਰਾ ਵੋਟਾਂ ਕਿਉਂ ਪਾਈਏ। ਇਹ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ। ਬਾਕੀ ਦੂਸਰੇ ਜਿਹੜੇ ਮੈਂ ਪਹਿਲਾਂ ਕਹਿ ਕੇ ਹਟਿਆ, ਜਿਹੜੇ ਸਾਡੇ ਪੋਲੀਟੀਕਲ ਲੋਕ ਨੇ, ਇਹ ਤਾਂ ਝੂਠ ਦਾ ਪਲੰਦਾ। ਇਹਨਾਂ ਵੀ ਜਿੰਨਾ ਅਸੀਂ ਝੂਠ ਬੋਲਾਂਗੇ, ਭਾਵੇਂ ਸਟੇਟ ਦੀ ਸਰਕਾਰ ਆ ਭਾਵੇਂ ਸੈਂਟਰ ਦੀ ਸਰਕਾਰ ਆ। ਹੁਣ ਸਾਡੀ ਜਿਹੜੀ ਸੈਂਟਰ ਦੀ ਸਰਕਾਰ ਆ, ਇਹਨਾਂ ਨੇ ਅਸੀਂ ਇੰਨੇ ਨੌਕਰੀ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਆ ਮੋਬਾਈਲ ਫੋਨ ਵੀ ਦੇਵਾਂਗੇ, ਲੈਪਟਾਪ ਵੀ ਦੇਵਾਂਗੇ, 2 ਕਰੋੜ ਨੌਕਰੀਆਂ ਵੀ ਦੇਵਾਂਗੇ। ਕਿੱਥੇ ਗਈਆਂ? ਇਹਨਾਂ ਲੋਕਾਂ ਨੇ ਇੱਕ ਛੋਟੇ ਮੁੱਦੇ ਨੂੰ ਦਬਾਉਣ ਦੇ ਲਈ ਉਦੋਂ ਵੱਡਾ ਮੁੱਦਾ ਲੈ ਕੇ ਆਉਣਾ ਹੁੰਦਾ। ਚਾਹੇ ਇੱਕ ਇਹਨਾਂ ਨੂੰ ਇਹ ਆ ਵੀ ਜੋ ਅਸੀਂ ਕਹਿ ਦਿੰਦੇ ਹਾਂ, ਲੋਕ ਸਾਲ 2 ਸਾਲ 'ਚ ਚੀਜ਼ਾਂ ਭੁੱਲ ਜਾਂਦੇ ਨੇ। ਭਾਵੇਂ ਉਹ 84 ਦਾ ਮਸਲਾ ਹੋਵੇ, ਭਾਵੇਂ ਹੁਣ ਪਿੱਛੇ ਰੀਸੈਂਟ ਤੁਸੀਂ ਲੈ ਲਓ, ਸ਼ਰਾਬ ਨਾਲ ਬੰਦੇ ਮਰ ਗਏ, ਬਨੋਟੀ ਸ਼ਰਾਬ ਨਾਲ ਅੰਮ੍ਰਿਤਸਰ ਡਿਸਟ੍ਰਿਕਟ ਤਰਨ ਦੇ ਵਿੱਚ। ਉਹ ਹੁਣ ਅਸੀਂ ਸਾਡੇ ਲੋਕ ਉਹਨੂੰ ਵੀ ਭੁੱਲ ਗਏ। ਉਸ ਤੋਂ ਬਾਅਦ ਭਾਵੇਂ ਵਜੀਫੇ ਵਾਲਾ ਘਟਾਲਾ ਹੋਇਆ, ਲੋਕ ਉਹਨੂੰ ਵੀ ਭੁੱਲ ਗਏ। ਬਰਗਾੜੀ ਦਾ ਕਾਂਡ ਹੋਇਆ, ਲੋਕ ਉਹਨੂੰ ਵੀ ਭੁੱਲ ਗਏ। ਉਹਨਾਂ ਨੂੰ ਇਹ ਲੱਗਦਾ ਵੀ ਲੋਕਾਂ ਦੀ ਯਾਦਦਾਸ਼ਤ ਬਹੁਤ ਛੋਟੀ ਹੈ, ਵੀ ਜੋ ਵਾਪਰ ਜਾਂਦਾ ਜਦੋਂ ਅਗਲਾ ਮਸਲਾ ਆ ਜਾਂਦਾ ਲੋਕ ਪਿਛਲਾ ਮਸਲਾ ਭੁੱਲ ਜਾਂਦੇ ਨੇ। ਪਰ ਜਿਹੜਾ ਇਹ ਮਸਲਾ ਇਹ ਭੁੱਲਣ ਵਾਲਾ ਨਹੀਂ, ਕਿਉਂਕਿ ਇਹ ਸਾਡੀ ਆਰਥਿਕਤਾ ਨੂੰ ਹੱਥ ਹੈ, ਸਾਡੀ ਮਾਂ ਨੂੰ ਹੱਥ ਹੈ। ਜ਼ਮੀਨ ਸਾਡੀ ਮਾਂ ਹੈ, ਅਸੀਂ ਮਾਂ ਕਹਿੰਦੇ ਜ਼ਮੀਨ ਨੂੰ, ਜਿੱਥੇ ਸਾਡੇ ਜੜ੍ਹਾਂ ਜੁੜੀਆਂ ਹੋਈਆਂ ਨੇ, ਇਹ ਉਹ ਚੀਜ਼ ਨੂੰ ਹੱਥ ਹੈ। ਇਹ ਭੁੱਲਣ ਵਾਲੀ ਨਹੀਂ। ਇਹ ਲੋਕ ਇਹ ਕਾਨੂੰਨ ਵਾਪਸ ਕਰਾ ਕੇ ਹਟਣਗੇ, ਕਿਉਂ ਜਿਵੇਂ ਜਿਸ ਹਿਸਾਬ ਨਾਲ ਸਾਡੇ ਜਿਵੇਂ ਭਾਜੀ ਨੇ ਜਿਵੇਂ ਕਿਹਾ ਵੀ ਜੋਸ਼ ਵੀ ਆ, ਹੋਸ਼ ਵੀ ਆ, ਬਜ਼ੁਰਗ ਵੀ ਨੇ, ਸਾਡੇ ਨੌਜਵਾਨ ਵੀ ਨੇ। ਜਦੋਂ 2 ਪੀੜ੍ਹੀਆਂ ਇਕੱਠੀਆਂ ਕੋ ਤੁਰ ਪਿਆ, ਤੁਸੀਂ ਗੱਲ ਵਪਾਰੀ ਕੀ, ਕਾਰੋਬਾਰੀ ਕੀ, ਆੜ੍ਹਤੀਏ ਕੀ, ਮਜ਼ਦੂਰ ਕੀ, ਸਾਡੇ ਕਲਾਕਾਰ ਭਾਈ ਕੀ, ਸਾਰੇ ਅੱਜ ਸਾਥ ਦੇ ਰਹੇ ਨੇ। ਤੇ ਜੋ ਸਮੇਂ ਦੀ ਲੋੜ ਸੀ, ਮੈਨੂੰ ਲੱਗਦਾ ਜਿਹੜੇ ਦੁੱਖ ਆਇਆ ਇਹਦੇ ਇੱਕ ਝੰਡੇ ਥੱਲੇ ਅਸੀਂ ਇਕੱਠੇ ਹੋ ਗਏ। ਬਸ ਲੋੜ ਇਹੀ ਹੈ ਵੀ ਝੰਡਾ ਇੱਕੋ ਹੀ ਰਹੇ, ਉਸ ਡੰਡੇ 'ਚ ਹੋਰ ਕੋਈ ਝੰਡਾ ਨਾ ਪੈ ਜਾਵੇ। ਇੱਕ ਝੰਡੇ ਥੱਲੇ ਅਸੀਂ ਇਕੱਠੇ ਹੋ ਕੇ ਰਹਾਂਗੇ, ਕਿਉਂਕਿ ਬੰਦ ਮੁੱਠੀ 'ਚ ਬੜੀ ਸ਼ਕਤੀ ਹੁੰਦੀ ਹੈ। ਇਹ ਜੇ ਸਰਕਾਰਾਂ ਤੁਹਾਨੂੰ ਦੁਬਾਰਾ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਬੁਲਾ ਰਹੀਆਂ ਨੇ, ਤਾਂ ਇਹਦਾ ਇਹੀ ਕਾਰਨ ਉਹਨੂੰ ਦਿਖਦਾ ਵੀ ਇਹ ਸੰਘਰਸ਼ ਤੇਜ਼ ਹੁੰਦਾ ਜਾਊਗਾ, ਇਹ ਘਟਨਾ ਨਹੀਂ। ਸੁਖੀ ਜੀ, ਇੱਕ ਆਖਰੀ ਸਵਾਲ ਕਿ 25 ਸਤੰਬਰ ਨੂੰ ਧਰਨਾ ਲੱਗਿਆ ਸੀ ਸ਼ੰਭੂ ਬਾਰਡਰ ਤੇ, ਉਦੋਂ ਸਾਰੇ ਇਕੱਠੇ ਸੀ, ਪੰਜਾਬੀ ਸਿੰਗਰ ਤੇ ਫਿਲਮੀ ਐਕਟਰ। ਉਸ ਤੋਂ ਬਾਅਦ ਦੀਪ ਸਿੱਧੂ ਵੱਲੋਂ ਧਰਨਾ ਲਗਾਏਗਾ, ਦੂਜੇ ਸਿੰਗਰ ਆਪਣੇ ਪੱਧਰ ਤੇ ਵਿਰੋਧ ਕਰ ਰਹੇ ਨੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਇਕੱਠੇ ਹੋ ਕੇ ਹੀ ਸੰਘਰਸ਼ ਕਰਨੇ ਚਾਹੀਦੇ ਨੇ, ਸਰਕਾਰਾਂ ਤੱਕ ਆਵਾਜ਼ ਉਹ ਫਿਰ ਜ਼ਿਆਦਾ ਇੱਕ ਪ੍ਰੈਸ਼ਰ ਬਣਦਾ? ਹਰ ਕਿਸੇ ਵੀ ਜਦੋਂ ਬੰਦਾ ਖੇਤਰ ਦੇ ਵਿੱਚ ਜਾਂਦਾ, ਉਹਦੀ ਮਨਸ਼ਾ ਹੁੰਦੀ ਆ ਵੀ ਉਹ ਚਾਹੁੰਦਾ ਕੀ ਆ, ਉਹਦੀ ਅੰਦਰਲੀ ਭਾਵਨਾ ਕੀ ਹੈ। ਤੇ ਕਈ ਆਰਟਿਸਟਾਂ ਨੂੰ ਲੱਗਿਆ ਹੋਣਾ, ਜਾਂ ਕਈ ਜਿਹੜੇ ਜਥੇਬੰਦੀ ਦੇ ਆਗੂ ਹੁੰਦੇ ਨੇ, ਉਹਨੂੰ ਇਹ ਲੱਗਦਾ ਹੁੰਦਾ ਵੀ ਹੁਣ ਮੌਕਾ ਅਸੀਂ ਆਪਦੇ ਵੀ ਲੀਡਰੀ ਚਮਕਾ ਲਈਏ, ਸ਼ਾਇਦ ਕੱਲ੍ਹ ਨੂੰ ਸਾਨੂੰ ਕੋਈ ਪਾਰਟੀ ਅਪਰੋਚ ਕਰੇ, ਅਸੀਂ ਸ਼ਾਇਦ ਐਮਐਲਏ ਬਣ ਜਾਵਾਂਗੇ, ਜਾਂ ਸਾਨੂੰ ਹੋਰ ਕੀ ਅਹੁਦਾ ਮਿਲ ਜੂਗਾ, ਜਾਂ ਹੋ ਸਕਦਾ ਕਿ ਹੋਰ ਵੀ ਮਨਸ਼ਾ ਹੋਵੇ, ਚਲੋ ਸਾਡੀ ਵੈਸੀ ਜੇਬ 'ਚ ਕੁਛ ਪੈ ਜੂਗਾ। ਕਿਉਂਕਿ ਜਦੋਂ ਆਪਾਂ ਕਣਕ ਕੱਲੀ ਨਹੀਂ, ਉਹ 'ਚ ਕਾਂਗੇਰੀ ਜ਼ਰੂਰ ਹੁੰਦੀ ਆ, ਉਹ 'ਚ ਬਾਥੂ ਬੂਥ ਵੀ ਉਹ ਖੜਦਾ। ਇਸੇ ਤਰ੍ਹਾਂ ਜਥੇਬੰਦੀਆਂ ਦੇ ਵਿੱਚ ਜਦੋਂ ਇਕੱਠੀਆਂ ਕੋ ਤੁਰਦੀਆਂ ਨੇ, ਇੱਕ ਸੋਚ ਵਾਲੇ ਬੰਦੇ ਨਹੀਂ ਹੁੰਦੇ। ਹੋ ਸਕਦਾ ਉਹਨਾਂ ਦੀ ਸੋਚ ਕੁਛ ਹੋਰ ਹੋਵੇ, ਉਹਨਾਂ ਦੀ ਮਨਸ਼ਾ ਕੁਛ ਹੋਰ ਹੋਵੇ। ਇਹ ਸੰਘਰਸ਼ ਇੱਕ ਪਾਸੇ ਆ, ਉਹ ਕਿਸੇ ਹੋਰ ਕੰਮ ਲਈ ਸੰਘਰਸ਼ ਕਰਦੇ ਹੋਣ, ਜਾਂ ਜਿਹੜੀਆਂ ਇਹ ਸਰਕਾਰਾਂ ਨੇ, ਇਹ ਕਈ ਵਾਰੀ ਇਦਾਂ ਦੇ ਬੰਦੇ ਪਲਾਂਟ ਵੀ ਕੀਤੇ ਜਾਂਦੇ ਨੇ ਜਿਹਦੇ ਨਾਲ ਅੰਦੋਲਨ ਨੂੰ ਖਰਾਬ ਕੀਤਾ ਜਾਵੇ, ਉਹਦੇ ਵਿੱਚ ਵੀ ਹੋ ਸਕਦੇ ਨੇ। ਮੈਂ ਤਾਂ ਇਹ ਕਹਿਣਾ ਵੀ ਜੇ ਅਸੀਂ ਜਿਹੜੇ ਸਾਡੇ ਕਲਾਕਾਰ ਲੋਕ, ਮੈਂ ਤਾਂ ਸਟੇਜ ਤੋਂ ਵੀ ਬੇਨਤੀ ਕਰਦਾ, ਤੁਹਾਡੇ ਚੈਨਲ ਦੇ ਥਰੂ ਵੀ ਬੇਨਤੀ ਕਰਦਾ ਵੀ ਅਸੀਂ ਇੱਥੇ ਕਲਾਕਾਰ ਯੂਨੀਅਨ ਬਣਾਉਣ ਲਈ ਆਏ, ਅਸੀਂ ਆਪਦੀ ਲੀਡਰੀ ਚਮਕਾਉਣ ਦੇ ਲਈ ਨਹੀਂ ਆਏ, ਅਸੀਂ ਆਪ ਅੱਗੇ ਹੋਣ ਲਈ ਨਹੀਂ ਆਏ, ਅਸੀਂ ਸਿਰਫ ਕਿਸਾਨਾਂ ਦੀ ਮਦਦ ਦੇ ਲਈ ਆਏ ਹਾਂ। ਜਿਹੜੇ ਸਾਡੇ ਲੀਡਰ ਨੇ, ਉਹ ਸਾਡੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਅਗਵਾਈ ਕਰਨ ਲੀਡਰ ਸਾਡੇ ਉਹ ਨੇ, ਅਸੀਂ ਉਹਨਾਂ ਦੇ ਪਿੱਛੇ ਹਾਂ। ਉਹ ਨਾਰਾ ਉਹਨਾਂ ਨੇ ਮਾਰਨਾ ਤੇ ਇਨਕਲਾਬ ਉਹਨਾਂ ਨੇ ਕਹਿਣਾ, ਜਿੰਦਾਬਾਦ ਅਸੀਂ ਕਹਿਣਾ। ਤੁਹਾਡਾ ਕਿਸਾਨੀ ਨਾਲ ਸੰਬੰਧਿਤ ਹੁਣ ਇੱਕ ਗੀਤ ਵੀ ਆਇਆ, ਕੋਈ ਕਵਿਤਾ ਜਾਂ ਕੋਈ 2 ਬੋਲ? ਹਾਂਜੀ ਬਿਲਕੁਲ, ਅਸੀਂ ਕਲਾਕਾਰ ਲੋਕਾਂ, ਚਾਹੇ ਉਹ ਲਿਖਾਰੀ ਹੋਵੇ ਚਾਹੇ ਇੱਕ ਸਿੰਗਰ ਹੋਵੇ। ਜਿਵੇਂ ਪਹਿਲਾਂ ਜੰਗਾਂ ਦੇ ਵਿੱਚ ਸਾਡੇ ਢਾਡੀ ਵਾਰਾਂ ਗਾ ਕੇ ਜੋਸ਼ ਭਰਦੇ ਸਾਡੇ ਯੋਧਿਆਂ ਦੇ ਵਿੱਚ, ਤੇ ਸਾਡੇ ਜਿਹੜੇ ਕਲਾਕਾਰ ਨੇ ਸਮੇਂ ਦੇ ਹਿਸਾਬ ਨਾਲ ਜਦੋਂ ਕਿ ਮੂਵਮੈਂਟ ਚੱਲਦੇ ਉਹ 'ਤੇ ਗੀਤ ਵੀ ਗਾਉਂਦੇ ਨੇ, ਵੀ ਤਾਂ ਕਿ ਸਾਡਾ ਜਿਹੜਾ ਜੋਸ਼ ਕਿਸਾਨਾਂ ਦਾ ਜਥੇਬੰਦੀ ਠੰਡਾ ਨਾ ਪਵੇ। ਕਿਉਂਕਿ ਅਸੀਂ ਚੰਗੇ ਨੂੰ ਚੰਗੇ ਵੀ ਕਹਿਣਾ ਹੁੰਦਾ, ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਵੀ ਕਹਿਣਾ ਹੁੰਦਾ। ਮੈਂ ਸਰਕਾਰਾਂ ਨੂੰ ਸੰਬੋਧਨ ਕਰਕੇ ਉਹ ਗੀਤ ਗਾਇਆ, ਮੈਂ 4 ਲਾਈਨਾਂ ਤੁਹਾਨੂੰ ਮੈਂ ਸੁਣਾ ਦਿੰਦਾ। ਕੁਰਸੀ ਤੇ ਬਹਿ ਕੇ ਸੌਖੇ ਕਰਨੇ ਐਲਾਨ ਨੇ, ਆ ਸੜਕਾਂ ਤੇ ਵੇਖ ਕਿੰਜ ਰੁਲਦੇ ਕਿਸਾਨ ਨੇ। ਕੁਰਸੀ ਤੇ ਬਹਿ ਕੇ ਸੌਖੇ ਕਰਨੇ ਐਲਾਨ ਨੇ, ਸੜਕਾਂ ਤੇ ਵੇਖ ਕਿੰਜ ਰੁਲਦੇ ਕਿਸਾਨ ਨੇ। ਕਦੇ ਸਾਨੂੰ ਮਾਰ ਜਾਂਦੀ ਮੌਸਮੀ ਕਰੋਪੀ, ਕਦੇ ਗੰਦੀ ਰਾਜਨੀਤੀ ਚਾਵਾਂ ਨੂੰ ਉਧੇੜਦੀ। ਜਿਹਦੇ ਸਿਰੋਂ ਚੱਲੇ ਤੇਰਾ ਘਰ ਸਰਕਾਰੇ ਕਾਤੋਂ, ਉਹਦੀਆਂ ਜੜ੍ਹਾਂ 'ਚ ਦਾਤੀ ਫਿਰੇ ਫੇਰਦੀ। ਜਿਹਦੇ ਸਿਰੋਂ ਪਲੇ ਤੇਰਾ ਢਿੱਡ ਸਰਕਾਰੇ ਕਾਤੋਂ, ਉਹਦੀਆਂ ਜੜ੍ਹਾਂ 'ਚ ਦਾਤੀ ਫਿਰੇ ਫੇਰਦੀ। ਧੰਨਵਾਦ ਬਾਈ ਜੀ, ਤੁਸੀਂ ਬਣੇ ਹੋਏ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ।
ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਕਿਉਂਕਿ ਮੀਡੀਆ ਇੱਕ ਚੌਥਾ ਸਤੰਭ ਹੈ ਜਿਹਨੇ ਲੋਕਾਂ ਦੀ ਆਵਾਜ਼ ਜਥੇਬੰਦੀ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਤੇ ਪਰਮਾਤਮਾ ਤੁਹਾਨੂੰ ਵੀ ਉੱਚੀ ਤੇ ਸੁੱਚੀ ਸੋਚ ਬਖਸ਼ੇ, ਚੰਗੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਰਹੋ। ਇਹ ਸਨ ਸਾਡੇ ਨਾਲ ਪੰਜਾਬ ਦੇ 4 ਮਸ਼ਹੂਰ ਸਿੰਗਰ ਜੋ ਲਗਾਤਾਰ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਇਹਨਾਂ ਨੇ ਤੁਹਾਨੂੰ ਦੱਸਿਆ ਕਿ ਅਸੀਂ ਜੋ ਸੈਂਟਰ ਵੱਲੋਂ ਕੇਂਦਰ ਵੱਲੋਂ ਕਾਨੂੰਨ ਪਾਸ ਕੀਤੇ ਗਏ ਨੇ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਤਨ ਮਨ ਨਾਲ ਕਿਸਾਨਾਂ ਦੇ ਨਾਲ ਹਾਂ, ਕਿਸਾਨਾਂ ਦੇ ਨਾਲ ਹੋ ਕੇ ਲੜਾਈ ਲੜਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਸ਼ੁਕਰੀਆ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।